ਸਾਰੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। 7ਵੀਂ ਜਮਾਤ ਦੇ ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ ਆਪਾਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦੇ ਪਾਠ ਨੰਬਰ 12 ਜੋ ਕਿ ਇੱਕ ਕਹਾਣੀ ਦੇ ਰੂਪ ਵਿੱਚ ਹੈ ਔਰ ਉਸ ਕਹਾਣੀ ਦਾ ਨਾਮ ਹੈ ਸ਼ਾਬਾਸ਼ ਸੁਮਨ। ਇਸ ਕਹਾਣੀ ਬਾਰੇ ਅੱਜ ਆਪਾਂ ਪੜ੍ਹਾਂਗੇ ਔਰ ਉਸ ਬਾਰੇ ਵਿਚਾਰ ਚਰਚਾ ਕਰਾਂਗੇ। ਜਿਹੜੇ ਬੱਚਿਆਂ ਕੋਲ ਇਸ ਸਮੇਂ ਪੰਜਾਬੀ ਦੀ ਪਾਠ ਪੁਸਤਕ ਨਹੀਂ ਹੈ ਉਹ ਜਲਦੀ ਆਪਣੇ ਬੈਗ ਦੇ ਵਿੱਚੋਂ ਪੰਜਾਬੀ ਦੀ ਪਾਠ ਪੁਸਤਕ ਕੱਢ ਲੈਣ ਔਰ ਪਾਠ ਨੰਬਰ 12 ਕੱਢ ਲੈਣ ਜੋ ਕਿ ਹੈ ਇੱਕ ਕਹਾਣੀ ਦੇ ਰੂਪ ਵਿੱਚ ਸ਼ਾਬਾਸ਼ ਸੁਮਨ। ਉਹਦੇ ਬਾਰੇ ਆਪਾਂ ਪੜ੍ਹਾਂਗੇ। ਸੋ ਪਿਆਰੇ ਵਿਦਿਆਰਥੀਓ, ਅੱਜ ਦੀ ਕਹਾਣੀ ਸ਼ਾਬਾਸ਼ ਸੁਮਨ ਜੋ ਹੈ ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਇੱਕ ਬਹੁਤ ਹੀ ਮਹੱਤਵਪੂਰਨ ਔਰ ਬਹੁਤ ਹੀ ਮਸ਼ਹੂਰ ਸ਼ਹਿਰ ਸ਼ਿਮਲਾ ਦੇ ਵਿੱਚ ਘਟਨਾਵਾਂ ਵਾਪਰਦੀਆਂ। ਸ਼ਿਮਲਾ ਜੋ ਕਿ ਇੱਕ ਪਹਾੜੀ ਸ਼ਹਿਰ ਹੈ ਔਰ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਗਰਮੀਆਂ ਵਿੱਚ ਹਰ ਇਨਸਾਨ ਪਹਾੜਾਂ ਵੱਲ ਜਾਣਾ ਚਾਹੁੰਦਾ ਹੈ। ਪਹਾੜਾਂ ਦੇ ਉੱਪਰ ਰੁੱਖ ਉੱਗੇ ਹੁੰਦੇ ਆ, ਉਚਾਈ ਹੁੰਦੀ ਹੈ, ਉੱਥੇ ਬਾਰਿਸ਼ ਵੀ ਜ਼ਿਆਦਾ ਹੁੰਦੀ ਹੈ, ਮੌਸਮ ਬੜਾ ਸੁਹਾਵਣਾ ਹੁੰਦਾ ਹੈ, ਲੋਕ ਬੜੀ ਖੁਸ਼ੀ ਨਾਲ ਉੱਥੇ ਘੁੰਮਣ ਜਾਂਦੇ ਆ ਔਰ ਉੱਥੋਂ ਦੇ ਮੌਸਮ ਦਾ ਆਨੰਦ ਲੈਂਦੇ ਆ। ਇਸੇ ਤਰ੍ਹਾਂ ਕਰਨ ਔਰ ਸੁਮਨ ਇਸ ਕਹਾਣੀ ਦੇ ਵਿੱਚ ਦੋ ਪਾਤਰ ਹੈ। ਕਰਨ ਔਰ ਸੁਮਨ ਜੋ ਕਿ ਦੋ ਭੈਣ ਭਰਾ ਹੈ, ਉਹ ਵੀ ਆਪਣੇ ਮਾਤਾ ਪਿਤਾ ਜੀ ਦੇ ਨਾਲ ਸ਼ਿਮਲੇ ਘੁੰਮਣ ਲਈ ਜਾਂਦੇ ਆ। ਜਦੋਂ ਉਹ ਉੱਥੇ ਘੁੰਮਣ ਲਈ ਜਾਂਦੇ ਆ ਤਾਂ ਉਹ ਉੱਥੇ ਬਹੁਤ ਖੂਬਸੂਰਤ ਨਜ਼ਾਰੇ ਹੁੰਦੇ ਆ। ਉਹ ਦੇਖ ਕੇ ਬੜੇ ਖੁਸ਼ ਹੁੰਦੇ ਆ। ਉਹਨਾਂ ਨੂੰ ਬੜੀ ਖੁਸ਼ੀ ਚੜ੍ਹਦੀ ਆਸੇ ਪਾਸੇ ਦਾ ਮੌਸਮ ਦੇਖ ਕੇ, ਆਸੇ ਪਾਸੇ ਦਾ ਵਾਤਾਵਰਨ ਦੇਖ ਕੇ, ਆਸੇ ਪਾਸੇ ਦਾ ਮਾਹੌਲ ਦੇਖ ਕੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਤਾਂ ਕਰਨ ਇੱਕ ਦੂਰਬੀਨ ਦੇ ਰਾਹੀਂ ਦੂਰੋਂ ਖੜ੍ਹ ਕੇ ਬੱਦਲਾਂ ਨੂੰ ਦੇਖਦਾ, ਕਦੇ ਉਹ ਰੁੱਖਾਂ ਨੂੰ ਵੇਖਦਾ। ਉਹ ਬੜੀ ਖੁਸ਼ੀ ਸੁਮਨ ਨੂੰ ਵੀ ਕਹਿੰਦਾ ਕਿ ਸੁਮਨ ਦੇਖ ਕਿੰਨੇ ਸੋਹਣੇ ਬੱਦਲ, ਕਿੰਨੇ ਸੋਹਣੇ ਰੁੱਖ। ਤਾਂ ਉਹ ਬੜੀ ਖੁਸ਼ੀ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੇ ਹੈ ਉਹ ਦੋਨੋਂ ਜਣੇ ਦੇਖਦੇ ਆ। ਉਹਨਾਂ ਦੇ ਜੋ ਮਾਤਾ ਪਿਤਾ ਉਹਨਾਂ ਦੇ ਨਾਲ ਹੁੰਦੇ ਆ, ਉਹ ਵੀ ਉਹਨਾਂ ਦੇ ਨਾਲ ਹੁੰਦੇ ਆ, ਉਹ ਵੀ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੁੰਦੇ ਆ। ਉਹ ਜਦੋਂ ਬੱਚੇ ਖੁਸ਼ ਹੁੰਦੇ ਆ ਤਾਂ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਬਹੁਤ ਖੁਸ਼ੀ ਮਿਲਦੀ ਹੈ। ਤਾਂ ਉੱਥੇ ਬਹੁਤ ਸਾਰੇ ਜਿਹੜੇ ਜਦੋਂ ਲੰਘਦੇ ਉੱਥੇ ਜਾਂਦੇ ਆ ਤਾਂ ਉੱਥੇ ਕਬੂਤਰ ਲੋਕ ਦਾਣੇ ਪਾ ਰਹੇ ਹੁੰਦੇ ਆ ਕਬੂਤਰਾਂ ਨੂੰ ਔਰ ਕਬੂਤਰ ਉਹ ਦਾਣੇ ਚੁਗ ਰਹੇ ਹੁੰਦੇ ਆ। ਉਹਨੂੰ ਦੇਖ ਕੇ ਲੋਕ ਬਹੁਤ ਖੁਸ਼ ਹੁੰਦੇ ਆ। ਜਿਵੇਂ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਲੋਕ ਕਬੂਤਰਾਂ ਨੂੰ ਦਾਣੇ ਪਾਉਂਦੇ ਆ, ਉਸੇ ਤਰ੍ਹਾਂ ਉੱਥੇ ਪਾ ਰਹੇ ਹੁੰਦੇ ਆ ਔਰ ਬੜੇ ਖੁਸ਼ ਹੁੰਦੇ ਆ ਉਹਨਾਂ ਨੂੰ ਦੇਖ ਕੇ। ਉਹ ਇਸੇ ਤਰ੍ਹਾਂ ਜਦੋਂ ਉਹ ਦੇਖਦੇ ਕਿ ਇੱਕ ਥਾਂ 'ਤੇ ਬੜੀ ਭੀੜ ਲੱਗੀ ਹੁੰਦੀ ਹੈ, ਉਸ ਭੀੜ ਦੇ ਵਿੱਚ ਉਹ ਦੇਖਦੇ ਆ ਕਿ ਉੱਥੇ ਇੱਕ ਪਿੰਜਰਾ ਹੁੰਦਾ ਔਰ ਉਸ ਪਿੰਜਰੇ ਦੇ ਵਿੱਚ ਇੱਕ ਤੋਤਾ ਹੁੰਦਾ। ਉਹ ਤੋਤਾ ਬੋਲਣ ਵਾਲਾ ਹੁੰਦਾ ਔਰ ਲੋਕ ਉਹਦੇ ਨਾਲ ਬੜਾ ਖੁਸ਼ ਹੁੰਦੇ ਉਹਨਾਂ ਨੂੰ ਦੇਖ ਕੇ, ਗੱਲਾਂ ਕਰਦੇ ਉਹਦੇ ਨਾਲ, ਕਿਉਂਕਿ ਉਹ ਗੱਲਾਂ ਕਰਨ ਵਾਲਾ ਹੁੰਦਾ। ਲੋਕ ਉਹਨੂੰ ਕਹਿੰਦੇ ਆ ਤੋਤਾ ਜੀ, ਤੋਤਾ ਰਾਮ, ਮਿੱਠੂ ਰਾਮ, ਚੂਰੀ ਖਾਣੀ ਹੈ। ਬੱਚੇ ਬੜੇ ਉਹਦੇ ਨਾਲ ਖੁਸ਼ ਹੋ ਕੇ ਗੱਲਾਂ ਕਰਦੇ ਆ, ਉਹਨੂੰ ਖਾਣ ਨੂੰ ਵੀ ਦਿੰਦੇ ਆ। ਪਰ ਤੋਤਾ ਜਿਹੜਾ ਹੁੰਦਾ ਉਹ ਉਦਾਸ ਹੁੰਦਾ ਥੋੜ੍ਹਾ ਜਿਹਾ। ਹਾਲਾਂਕਿ ਉਹ ਬੱਚੇ ਉਹਨੂੰ ਦੇਖ ਕੇ ਬਹੁਤ ਖੁਸ਼ ਹੋ ਰਹੇ ਹੁੰਦੇ ਆ, ਪਰ ਉਹ ਤੋਤਾ ਜਿਹੜਾ ਉਦਾਸ ਹੁੰਦਾ। ਸੁਮਨ ਨੂੰ ਵੀ ਲੱਗਦਾ ਕਿ ਇਹ ਤੋਤਾ ਜਿਹੜਾ ਹੈ ਇਹ ਪਿੰਜਰੇ ਦੇ ਵਿੱਚ ਬੈਠਾ ਉਦਾਸ ਹੋ ਰਿਹਾ। ਤਾਂ ਸੁਮਨ ਦਾ ਧਿਆਨ ਜਿਹੜਾ ਉਸ ਤੋਤੇ ਦੇ ਵੱਲੇ ਖਿੱਚਿਆ ਜਾਂਦਾ। ਸੁਮਨ ਦੇਖਦੀ ਹੈ ਕਿ ਉਹ ਜਿਹੜਾ ਤੋਤਾ ਹੈ ਉਹ ਭਾਵੇਂ ਪਿੰਜਰੇ ਦੇ ਵਿੱਚ ਹੈ ਪਰ ਉਹਦੀਆਂ ਜਿਹੜੀਆਂ ਨਜ਼ਰਾਂ ਹੁੰਦੀਆਂ ਉਹ ਬਾਹਰ ਉੱਡਦੇ ਪੰਛੀਆਂ ਦੇ ਵੱਲ ਹੁੰਦੀਆਂ। ਉਹਨਾਂ ਨੂੰ ਦੇਖ ਕੇ ਉਹ ਬੜਾ ਖੁਸ਼ ਹੁੰਦਾ ਪਰ ਉਹ ਪਿੰਜਰੇ ਨੂੰ ਦੇਖ ਕੇ ਉਦਾਸ ਹੋ ਰਿਹਾ ਹੁੰਦਾ। ਇਹ ਸਾਰੀਆਂ ਗੱਲਾਂ ਦੇਖ ਕੇ ਸੁਮਨ ਜਿਹੜੀ ਹੁੰਦੀ ਹੈ ਉਹਨੂੰ ਵੀ ਦੁੱਖ ਹੁੰਦਾ ਥੋੜ੍ਹਾ ਜਿਹਾ ਕਿ ਇਸ ਨੂੰ ਪਿੰਜਰੇ ਦੇ ਵਿੱਚ ਕਿਉਂ ਬੰਦ ਕੀਤਾ ਹੋਇਆ। ਇਸੇ ਤਰ੍ਹਾਂ ਹੀ ਇਹ ਘਟਨਾ ਜਦੋਂ ਅੱਗੇ ਲੰਘਦੀ ਹੈ ਤਾਂ ਉੱਥੇ ਇੱਕ ਅਜੀਬ ਜਿਹੀ ਘਟਨਾ ਵਾਪਰਦੀ ਹੈ ਕਿ ਉੱਥੇ ਕੁਛ ਬਾਂਦਰ ਹੁੰਦੇ ਆ। ਉਹ ਕਿਸੇ ਔਰਤ ਦਾ ਕੇਲੇ ਜਿਹੜੇ ਹੁੰਦੇ, ਕੇਲਿਆਂ ਵਾਲੇ ਛਿਲਕੇ, ਕੇਲਿਆਂ ਦਾ ਇੱਕ ਗੁੱਛਾ ਹੁੰਦਾ, ਉਹ ਲੈ ਕੇ ਭੱਜ ਜਾਂਦੇ ਆ। ਉਹ ਤਾਂ ਉਹ ਜਾ ਕੇ ਅਤੇ ਅਲੱਗ ਥਾਵਾਂ 'ਤੇ ਆਪਣੇ 'ਚ ਵੰਡ ਕੇ ਉਹ ਖਾਣੇ ਸ਼ੁਰੂ ਕਰ ਦਿੰਦੇ ਆ। ਉਹ ਔਰਤ ਚਲਾ ਰਹੀ ਹੁੰਦੀ ਹੈ ਕਿ ਮੇਰਾ ਕੇਲੇ ਜਿਹੜੇ ਆ ਉਹ ਖੋਹ ਕੇ ਲੈ ਗਏ। ਅਤੇ ਉੱਥੇ ਸਾਰੇ ਜਣੇ ਜਿਹੜੇ ਘੁੰਮਣ ਵਾਲੇ ਸੈਲਾਨੀ ਹੁੰਦੇ ਆ ਅਤੇ ਉਹ ਬੜੇ ਵੇਖ ਕੇ ਉਹਨੂੰ ਖੁਸ਼ ਹੁੰਦੇ ਆ ਕਿ ਕਿੱਦਾਂ ਇੱਕ ਬਾਂਦਰ ਨੇ ਇੱਕ ਤਮਾਸ਼ੇ ਕਰ ਰਿਹਾ ਹੁੰਦਾ ਬਾਂਦਰ। ਤਾਂ ਇਸੇ ਤਰ੍ਹਾਂ ਘਟਨਾਵਾਂ ਜਿਹੜੀਆਂ ਅੱਗੇ ਲੰਘਦੀਆਂ ਤਾਂ ਉਹ ਸਾਰੇ ਇਹ ਆਨੰਦ ਦੇਖ ਰਹੇ ਹੁੰਦੇ, ਦੇਖ ਕੇ ਬੜੀ ਖੁਸ਼ੀ ਹੁੰਦੀ ਉਹਨਾਂ ਨੂੰ। ਤਾਂ ਫਿਰ ਉਹ ਕਹਿੰਦੇ ਆ ਵੀ ਚਲੋ ਆਪਾਂ ਹੁਣ ਅੱਗੇ ਚੱਲਦੇ ਹਾਂ। ਜਦੋਂ ਅੱਗੇ ਉਹ ਪਹਾੜ ਤੋਂ ਉਤਰ ਕੇ ਥੱਲੇ ਆਉਂਦੇ ਆ ਤਾਂ ਉਹਨੇ ਨੂੰ ਸ਼ਾਮ ਦਾ ਟਾਈਮ ਹੋ ਜਾਂਦਾ। ਤਾਂ ਸ਼ਾਮ ਨੂੰ ਉਹ ਜਿਹੜੇ ਹੋਟਲ ਦੇ ਵਿੱਚ ਉਹਨਾਂ ਨੇ ਜਾਣਾ ਹੁੰਦਾ ਉੱਥੇ ਉਹ ਜਾਂਦੇ ਆ ਔਰ ਉੱਥੇ ਜਾ ਕੇ ਰਾਤ ਨੂੰ ਉਹ
ਛੱਤ ਦੇ ਉੱਪਰ ਜਦੋਂ ਚੜ੍ਹਦੇ ਆ ਤਾਂ ਉਹ ਛੱਤ ਦੇ ਉੱਪਰ ਦੇਖਦੇ ਆ ਕਿ ਛੱਤ ਦੇ ਉੱਪਰ ਉਹ ਕਰਨ ਬੜਾ ਖੁਸ਼ ਹੋ ਕੇ ਕਹਿੰਦਾ ਕਿ ਵੇਖੋ ਪਾਪਾ ਜੀ, ਵੇਖੋ ਮੰਮਾ ਜੀ, ਦੋ ਅਸਮਾਨ। ਪਿਤਾ ਜੀ ਵੀ ਕਹਿੰਦੇ ਹਾਂ ਦੋ ਅਸਮਾਨ। ਤਾਂ ਫਿਰ ਉਹਨਾਂ ਨੂੰ ਸਮਝਾਉਂਦੇ ਆ ਕਿ ਨਹੀਂ, ਇਹ ਅਸਲ 'ਚ ਅਸਮਾਨ ਇੱਕੋ ਹੀ ਹੈ, ਆਪਾਂ ਉੱਚੀ ਥਾਂ 'ਤੇ ਖੜ੍ਹੇ ਹਾਂ, ਉੱਪਰ ਇੱਕ ਆਪਾਂ ਅਸਮਾਨ ਦੇਖ ਰਹੇ ਹਾਂ ਔਰ ਥੱਲੇ ਇੱਕ ਸ਼ਹਿਰ ਵਸਿਆ ਹੋਇਆ ਜਿਹਦੇ ਵਿੱਚ ਲਾਈਟਾਂ ਜਿਹੜੀਆਂ ਉਹ ਜਗ ਰਹੀਆਂ ਔਰ ਆਪਾਂ ਨੂੰ ਇੱਦਾਂ ਲੱਗ ਰਿਹਾ ਕਿ ਸ਼ਾਇਦ ਇਹ ਦੋ ਅਸਮਾਨ ਬਣੇ ਹੋਏ ਆ, ਦੋ ਰੱਬ ਬਣੇ ਹੋਏ ਆ। ਤਾਂ ਇਸੇ ਤਰ੍ਹਾਂ ਕਰਨ ਹੁੰਦਾ, ਜੋ ਲੜਕਾ ਹੁੰਦਾ, ਉਹ ਕਹਿੰਦਾ ਵੀ ਮੈਨੂੰ ਤਾਂ ਬਹੁਤ ਜ਼ਿਆਦਾ ਥਕਾਵਟ ਹੋ ਗਈ ਹੈ ਅਤੇ ਮੈਂ ਤਾਂ ਸੌਣਾ ਹੈ। ਅਤੇ ਸਾਰੇ ਕਹਿੰਦੇ ਵੀ ਹਾਂ, ਪਿਤਾ ਜੀ ਵੀ ਕਹਿੰਦੇ ਵੀ ਹਾਂ ਆਪਾਂ ਚੱਲੀਏ ਥੱਲੇ ਅਤੇ ਹੁਣ ਆਪਾਂ ਸੌਈਏ ਜਾ ਕੇ ਕਮਰੇ ਦੇ ਵਿੱਚ, ਕਿਉਂਕਿ ਸੁਬਾਹ ਉੱਠ ਕੇ ਤੁਸੀਂ ਫਿਰ ਖਿਡੌਣੇ ਵੀ ਖਰੀਦਣੇ ਆ ਅਤੇ ਆਪਾਂ ਵਾਪਸ ਵੀ ਜਾਣਾ। ਇਸੇ ਤਰ੍ਹਾਂ ਉਹ ਜਾਣ ਲੱਗਦੇ ਆ ਥੱਲੇ। ਪਰ ਸੁਮਨ ਦੇ ਦਿਲ ਦੇ ਵਿੱਚ ਉਹ ਤੋਤਾ ਜਿਹੜਾ ਹੁੰਦਾ, ਉਹ ਪਿੰਜਰੇ ਵਾਲਾ ਤੋਤਾ ਹੁੰਦਾ ਜਿਹੜਾ, ਉਹਦੇ ਦਿਮਾਗ ਦੇ ਵਿੱਚ ਉਹਦੀ ਪਿਕਚਰ ਘੁੰਮ ਰਹੀ ਹੁੰਦੀ ਹੈ ਵੀ ਕਿਵੇਂ ਇੱਕ ਤੋਤਾ ਜਿਹੜਾ ਉਹਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ। ਜਦੋਂ ਸੁਬਾਹ ਹੁੰਦੀ ਹੈ ਤਾਂ ਉਹ ਉੱਥੋਂ ਹੋਟਲ ਦੇ ਕਮਰੇ 'ਚੋਂ ਬਾਹਰ ਨਿਕਲ ਕੇ ਜਦੋਂ ਮਾਰਕੀਟ ਦੇ ਵਿੱਚ ਜਾਂਦੇ ਆ ਅਤੇ ਉੱਥੇ ਕਈ ਤਰ੍ਹਾਂ ਦੇ ਖਿਡੌਣੇ ਹੁੰਦੇ ਆ। ਹਾਥੀ ਹੁੰਦਾ, ਸ਼ੇਰ ਹੁੰਦਾ, ਇਸ ਤਰ੍ਹਾਂ ਫੌਜੀ ਹੁੰਦਾ ਵਰਦੀ ਪਾਈ ਵਾਲਾ, ਇਸ ਤਰ੍ਹਾਂ ਇੱਕ ਟੋਪੀ ਵਾਲਾ ਨੇਤਾ ਹੁੰਦਾ, ਇਸ ਤਰ੍ਹਾਂ ਇੱਕ ਕਿਸਾਨ ਹੁੰਦਾ ਹਲ ਚੁੱਕੀ ਜਾ ਰਿਹਾ, ਇਸ ਤਰ੍ਹਾਂ ਪਿੰਜਰੇ ਦੇ ਵਿੱਚ ਇੱਕ ਤੋਤਾ ਬੰਦ ਹੁੰਦਾ। ਉਹ ਖਿਡੌਣੇ ਜਿਹੜੇ ਉੱਥੇ ਪਏ ਹੁੰਦੇ ਆ। ਤਾਂ ਜਿਹੜਾ ਕਰਨ ਹੁੰਦਾ ਉਹ ਕਨਫਿਊਜ਼ ਹੋ ਜਾਂਦਾ ਕਿ ਕਦੇ ਮੈਂ ਇਹ ਖਿਡੌਣਾ ਲੈਣਾ, ਕਦੇ ਇਹ ਲੈਣਾ ਅਤੇ ਕਦੇ ਇਹ ਲੈਣਾ। ਉਹਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਉਹਨੇ ਕਿਹੜਾ ਖਿਡੌਣਾ ਲੈਣਾ। ਤਾਂ ਉਹਦੇ ਪਿਤਾ ਜੀ ਕਹਿੰਦੇ ਆ ਕਿ ਜਲਦੀ ਜਲਦੀ ਤੁਸੀਂ ਪਸੰਦ ਕਰੋ। ਹਾਲਾਂਕਿ ਕਰਨ ਨੂੰ ਸਾਰੇ ਖਿਡੌਣੇ ਪਸੰਦ ਹੁੰਦੇ ਆ, ਪਰ ਸਾਰੇ ਖਿਡੌਣੇ ਤਾਂ ਉਹ ਨਹੀਂ ਲੈ ਸਕਦਾ ਸੀਗਾ, ਤਾਂ ਉਹ ਇੱਕ ਦੋ ਖਿਡੌਣੇ ਜਿਹੜੇ ਆ ਉਹ ਲੈ ਲੈਂਦਾ। ਤਾਂ ਪਿਤਾ ਜੀ ਸੁਮਨ ਨੂੰ ਵੀ ਕਹਿੰਦੇ ਆ ਵੀ ਤੂੰ ਵੀ ਕੁਝ ਲੈ ਲੈ। ਤਾਂ ਸੁਮਨ ਉਦਾਸ ਭਰੇ ਮਨ ਨਾਲ ਕਹਿੰਦੀ ਹੈ ਕਿ ਨਹੀਂ, ਮੈਨੂੰ ਕੋਈ ਖਿਡੌਣਾ ਨਹੀਂ ਚਾਹੀਦਾ। ਪਰ ਉਹਦੇ ਮੰਮੀ ਜੀ ਬੜੇ ਹੈਰਾਨ ਹੁੰਦੇ ਆ ਇਹ ਗੱਲ ਦੇਖ ਕੇ ਕਿ ਸੁਮਨ, ਜਿਹਨੂੰ ਕਿ ਖਿਡੌਣੇ ਬਹੁਤ ਜ਼ਿਆਦਾ ਪਸੰਦ ਹੁੰਦੇ ਆ, ਕਿ ਅੱਜ ਉਹ ਕਿਵੇਂ ਨਾ ਕਰ ਰਹੀ ਹੈ ਕਿ ਮੈਂ ਇਹ ਖਿਡੌਣੇ ਨਹੀਂ ਲੈਣੇ। ਅਤੇ ਪਰ ਉਹ ਜ਼ਿਆਦਾ ਕਹਿਣ 'ਤੇ, ਮਾਤਾ ਪਿਤਾ ਜੀ ਦੇ ਬਹੁਤ ਜ਼ਿਆਦਾ ਕਹਿਣ ਦੇ 'ਤੇ ਫਿਰ ਉਹ ਕੀ ਕਰਦੀ ਹੈ, ਕੋਈ ਇੱਕ ਖਿਡੌਣਾ ਜਿਹੜਾ ਉਹ ਲੈ ਲੈਂਦੀ ਹੈ। ਤਾਂ ਉੱਥੋਂ ਜਦੋਂ ਤੁਰਨ ਲੱਗਦੇ ਆ ਤਾਂ ਸੁਮਨ ਕਹਿੰਦੀ ਹੈ ਕਿ ਆਪਾਂ ਇਸ ਪਹਾੜੀ ਤੋਂ ਥੱਲੇ ਤੁਰ ਕੇ ਜਾਵਾਂਗੇ। ਤਾਂ ਪਿਤਾ ਜੀ ਉਹਨਾਂ ਨੂੰ ਕਹਿੰਦੇ ਆ ਵੀ ਨਹੀਂ, ਤੁਹਾਡੇ ਕੋਲ ਤੁਰਿਆ ਨਹੀਂ ਜਾਣਾ, ਤੁਸੀਂ ਥੱਕ ਜਾਓਗੇ। ਕਰਨ ਵੀ ਕਹਿੰਦਾ ਨਹੀਂ, ਅਸੀਂ ਜਾਵਾਂਗੇ। ਉਹ ਦੌੜ ਕੇ ਦਿਖਾਉਂਦਾ ਵੀ ਦੇਖੋ ਅਸੀਂ ਜਾ ਸਕਦੇ ਹਾਂ। ਤਾਂ ਉਹ ਫਿਰ ਤੁਰ ਕੇ ਆਉਣਾ ਸ਼ੁਰੂ ਕਰ ਦਿੰਦੇ ਆ। ਜਦੋਂ ਉਹ ਰਸਤੇ ਜਾ ਰਹੇ ਹੁੰਦੇ ਆ ਤਾਂ ਉਹੀ ਜਿਹੜਾ ਪਿੰਜਰੇ ਦੇ ਵਿੱਚ ਬੰਦ ਤੋਤਾ ਹੁੰਦਾ, ਪਿੰਜਰਾ, ਉਹ ਜਿਹੜਾ ਆਦਮੀ ਲੈ ਕੇ ਬੈਠਾ ਹੁੰਦਾ, ਤਾਂ ਉਹ ਉਹਦੇ ਕੋਲੋਂ ਜਦੋਂ ਲੰਘਣ ਲੱਗਦੇ ਆ ਤਾਂ ਸੁਮਨ ਉੱਥੇ ਖੜ੍ਹ ਜਾਂਦੀ ਹੈ। ਤਾਂ ਉਹਨੂੰ ਆਵਾਜ਼ ਮਾਰਦੇ ਮਾਤਾ ਪਿਤਾ ਜੀ ਵੀ ਤੂੰ ਆ ਜਾ। ਤਾਂ ਸੁਮਨ ਕਹਿੰਦੀ ਹੈ ਕਿ ਮੈਨੂੰ ਇਹ ਤੋਤਾ ਚਾਹੀਦਾ ਹੈ ਪਿੰਜਰੇ ਵਾਲਾ। ਤਾਂ ਪਿਤਾ ਜੀ ਕਹਿੰਦੇ ਕਿ ਨਹੀਂ, ਸ਼ਾਇਦ ਇਹ ਤੋਤਾ ਆਪਾਂ ਨੂੰ ਨਹੀਂ ਵੇਚੇਗਾ। ਤਾਂ ਉਹ ਸੁਮਨ ਜਿੱਦ ਕਰਦੀ ਹੈ, ਰੋਣ ਲੱਗ ਪੈਂਦੀ ਹੈ ਵੀ ਨਹੀਂ, ਮੈਨੂੰ ਇਹ ਚਾਹੀਦਾ ਹੀ ਚਾਹੀਦਾ। ਤਾਂ ਪਿਤਾ ਜੀ ਫਿਰ ਉਹ ਤੋਤੇ ਵਾਲੇ ਕੋਲ ਜਾ ਕੇ ਪੁੱਛਦੇ ਆ ਵੀ ਤੁਸੀਂ ਇਹ ਤੋਤਾ ਵੇਚ ਸਕਦੇ ਹੋ। ਉਹ ਕਹਿੰਦਾ ਹਾਂ ਮੈਂ ਵੇਚੂੰਗਾ, ਇਹ ਬੋਲਣ ਵਾਲਾ ਤੋਤਾ ਹੈ ਅਤੇ ਮੈਂ ਇਹਨੂੰ ਵੇਚ ਦਾਂਗਾ। ਅਤੇ ਉਹ ਪੁੱਛਦੇ ਵੀ ਕਿੰਨੇ ਦਾ? ਉਹ ਕਹਿੰਦੇ ਵੀ ਇਹ 500 ਰੁਪਏ ਦਾ, ਇਹ ਬੋਲਣ ਵਾਲਾ ਇਸ ਕਰਕੇ ਇਹ 500 ਦਾ ਤੋਤਾ ਹੈ। ਤਾਂ ਸੁਮਨ ਦੇ ਜਿਹੜੇ ਪਿਤਾ ਜੀ ਹੁੰਦੇ ਆ ਉਹ ਸੁਮਨ ਦੇ ਮਾਤਾ ਜੀ ਵੱਲ ਦੇਖਦੇ ਆ। ਉਹ ਕਹਿੰਦੇ ਵੀ ਚਲੋ ਠੀਕ ਹੈ, ਤੁਸੀਂ ਕੋਈ ਗੱਲ ਨਹੀਂ, ਇਹ ਤੋਤਾ ਇਹਨਾਂ ਨੂੰ ਲੈ ਦਿਓ। ਤਾਂ ਉਹ 500 ਰੁਪਈਆ ਦੇ ਕੇ ਅਤੇ ਉਹ ਤੋਤਾ ਦਾ ਪਿੰਜਰੇ ਸਮੇਤ ਉਹਨਾਂ ਨੂੰ ਖਰੀਦ ਲੈਂਦੇ। ਉਹ ਸੁਮਨ ਦੇ ਹੱਥ ਵਿੱਚ ਤੋਤਾ ਅਤੇ ਪਿੰਜਰਾ ਆ ਜਾਂਦਾ ਔਰ ਬੜੀ ਖੁਸ਼ ਹੁੰਦੀ ਹੈ ਸੁਮਨ ਉਹਨੂੰ ਲੈ ਕੇ। ਜਦੋਂ ਉਹ ਥੋੜ੍ਹੀ ਦੂਰ ਜਾਂਦੀ ਹੈ, ਉਸ ਪਹਾੜੀ ਦੇ ਵਿੱਚ ਤੁਰ ਕੇ ਥੱਲੇ ਨੂੰ ਜਾ ਰਹੇ ਹੁੰਦੇ ਆ, ਤਾਂ ਇੱਕ ਛੋਟੀ ਜਿਹੀ ਚੋਟੀ ਆਉਂਦੀ ਹੈ ਇੱਕ, ਔਰ ਉਹ ਜਿਹੜੀ ਚੋਟੀ ਹੁੰਦੀ ਹੈ, ਉਸ ਚੋਟੀ ਦੇ ਉੱਪਰ ਜਾ ਕੇ ਅਤੇ ਉਹ ਸੁਮਨ ਕੀ ਕਰਦੀ ਹੈ, ਉਹ ਪਿੰਜਰੇ ਨੂੰ ਨਾ ਖੋਲ੍ਹ ਦਿੰਦੀ ਹੈ। ਔਰ ਜਦੋਂ ਖੋਲ੍ਹਦੀ ਹੈ ਤਾਂ ਉਹ ਜਿਹੜਾ ਪਿੰਜਰੇ ਵਾਲਾ ਤੋਤਾ ਹੁੰਦਾ ਉਹ ਉਹਦੇ 'ਚੋਂ ਬਾਹਰ ਨਿਕਲਦਾ ਔਰ ਉਹ ਸੁਮਨ ਦੇ ਮੋਢੇ ਦੇ ਉੱਪਰ ਆ ਕੇ ਬੈਠ ਜਾਂਦਾ। ਔਰ ਸੁਮਨ ਦੇ ਮੋਢੇ ਦੇ ਉੱਪਰ ਆ ਕੇ ਇੱਦਾਂ ਲੱਗ ਰਿਹਾ ਹੁੰਦਾ ਜਿਵੇਂ ਉਹ ਚੁੰਝ ਮਾਰ ਕੇ ਉਹਦਾ ਧੰਨਵਾਦ ਕਰ ਰਿਹਾ ਹੁੰਦਾ। ਔਰ ਇਸ ਤਰ੍ਹਾਂ ਉਹ ਉਡਾਰੀ ਮਾਰ ਕੇ ਬਾਕੀ ਪੰਛੀਆਂ ਦੀ ਉਡਾਰ ਦੇ ਨਾਲ ਰਲ ਜਾਂਦਾ। ਤਾਂ ਸੁਮਨ ਨੂੰ ਇਹ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ। ਔਰ ਉਹਦੇ ਪਿਤਾ ਜੀ ਆਉਂਦੇ ਆ ਕੋਲ, ਤਾਂ ਉਹ ਆ ਕੇ ਸੁਮਨ ਨੂੰ ਸ਼ਾਬਾਸ਼ ਦਿੰਦੇ ਆ ਔਰ ਕਹਿੰਦੇ ਆ ਸ਼ਾਬਾਸ਼ ਸੁਮਨ। ਕਿਉਂਕਿ ਉਹ ਕਹਿ ਰਹੇ ਹੁੰਦੇ ਆ ਕਿ ਤੂੰ ਇੱਕ ਜਾਨਵਰ ਨੂੰ, ਇੱਕ ਪੰਛੀ ਨੂੰ ਜਿਹੜਾ ਹੈ ਉਹ ਅੱਜ ਆਜ਼ਾਦੀ ਦਵਾਈ ਹੈ, ਇਸ ਕਰਕੇ ਉਹ ਸੁਮਨ ਨੂੰ ਸ਼ਾਬਾਸ਼ ਦਿੰਦੇ ਆ। ਤਾਂ ਪਿਆਰੇ ਵਿਦਿਆਰਥੀਓ, ਇਹ ਸੀ ਆਪਣੀ ਅੱਜ ਦੀ ਕਹਾਣੀ ਦਾ ਸਾਰ। ਸ਼ਾਬਾਸ਼ ਸੁਮਨ।
ਸਾਨੂੰ ਇਹਦੇ ਤੋਂ ਕੀ ਸਿੱਖਿਆ ਮਿਲਦੀ ਹੈ ਤੁਸੀਂ ਜ਼ਰੂਰ ਸੋਚਿਆ ਜੇ। ਔਰ ਇਹਦੀ ਸਿੱਖਿਆ ਇਹੀ ਹੈ ਕਿ ਸਾਨੂੰ ਕਦੇ ਵੀ ਪੰਛੀਆਂ ਨੂੰ ਕੈਦ ਵਿੱਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਉਹ ਪਰਮਾਤਮਾ ਨੇ ਉਹਨਾਂ ਨੂੰ ਉੱਡਣ ਲਈ ਹੀ ਬਣਾਇਆ, ਇਸ ਕਰਕੇ ਉਹਨਾਂ ਨੂੰ ਖੰਭ ਦਿੱਤੇ ਹੈ ਅਤੇ ਸਾਨੂੰ ਉਹਨਾਂ ਨੂੰ ਆਜ਼ਾਦ ਹੀ ਰੱਖਣਾ ਚਾਹੀਦਾ ਹੈ। ਅਸਮਾਨ ਦੇ ਵਿੱਚ ਹੀ ਉਹਨਾਂ ਨੂੰ ਉੱਡਣ ਦੀ ਆਜ਼ਾਦੀ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ। ਠੀਕ ਹੈ ਜੀ। ਤਾਂ ਮੈਨੂੰ ਉਮੀਦ ਹੈ ਕਿ ਸਾਰੇ ਬੱਚਿਆਂ ਨੂੰ ਇਸ ਕਹਾਣੀ ਦਾ ਜਿਹੜਾ ਸਾਰ ਹੈ ਉਹ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਪਿਆਰੇ ਵਿਦਿਆਰਥੀਓ ਇਹਦੀ ਅਭਿਆਸ ਕਰਾਂਗੇ। ਇਹ ਅਭਿਆਸ ਦੇ ਪਿੱਛੇ ਜੋ ਪ੍ਰਸ਼ਨ ਉੱਤਰ ਆਪਾਂ ਨੂੰ ਦਿੱਤੇ ਹੋਏ ਆ ਉਹ ਆਪਾਂ ਪੜ੍ਹਾਂਗੇ ਔਰ ਉਹਦੇ ਬਾਰੇ ਵਿਚਾਰ ਚਰਚਾ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਪ੍ਰਸ਼ਨ ਉੱਤਰ। ਤਾਂ ਜਿਹੜੇ ਪ੍ਰਸ਼ਨ ਉੱਤਰ ਆਪਾਂ ਨੂੰ ਦਿੱਤੇ ਹੋਏ ਆ, ਤੁਹਾਡੀ ਪਾਠ ਪੁਸਤਕ ਦੀ ਅਭਿਆਸ ਦਾ ਪੇਜ ਨੰਬਰ 54 ਕੱਢ ਲਓ ਸਾਰੇ ਬੱਚੇ। ਪਹਿਲਾ ਪ੍ਰਸ਼ਨ ਦਿੱਤਾ ਹੋਇਆ ਤੁਹਾਡਾ, ਗਰਮੀਆਂ ਦੇ ਮੌਸਮ ਵਿੱਚ ਪਹਾੜਾਂ ਉੱਤੇ ਸੈਲਾਨੀਆਂ ਦੀ ਭਰਮਾਰ ਕਿਉਂ ਹੁੰਦੀ ਹੈ? ਤਾਂ ਗਰਮੀਆਂ ਦੇ ਮੌਸਮ ਵਿੱਚ ਪਹਾੜਾਂ ਉੱਤੇ ਸੁਹਾਵਣਾ ਮੌਸਮ, ਠੰਡੀਆਂ ਹਵਾਵਾਂ ਅਤੇ ਕੁਦਰਤ ਦੇ ਮਨਮੋਹਕ ਦ੍ਰਿਸ਼ਾਂ ਕਾਰਨ ਸੈਲਾਨੀਆਂ ਦੀ ਭਰਮਾਰ ਹੁੰਦੀ ਹੈ। ਠੀਕ ਹੈ ਜੀ। ਤਾਂ ਅਗਲਾ ਪ੍ਰਸ਼ਨ ਹੈ, ਕਰਨ ਤੇ ਸੁਮਨ ਨੇ ਦੂਰਬੀਨ ਨਾਲ ਕੀ ਕੁਝ ਦੇਖਿਆ? ਉੱਤਰ ਇਹਦਾ ਕੀ ਬਣੇਗਾ? ਕਰਨ ਤੇ ਸੁਮਨ ਨੇ ਦੂਰਬੀਨ ਨਾਲ ਪਹਾੜਾਂ ਉੱਤੇ ਸੋਹਣੇ ਰੁੱਖ, ਪੰਛੀ, ਆਕਾਸ਼ ਅਤੇ ਇੱਕ ਦੂਜੇ ਦੇ ਪਿੱਛੇ ਭੱਜਦੇ ਕਾਲੇ ਚਿੱਟੇ ਬੱਦਲ ਵੇਖੇ। ਅਗਲਾ ਪ੍ਰਸ਼ਨ ਹੈ ਪਿਆਰੇ ਵਿਦਿਆਰਥੀਓ, ਪਹਾੜ ਤੋਂ ਹੇਠਾਂ ਉਤਰਦਿਆਂ ਕਰਨ ਤੇ ਸੁਮਨ ਨੇ ਕੀ ਕੁਝ ਦੇਖਿਆ? ਪਹਾੜ ਤੋਂ ਹੇਠਾਂ ਉਤਰਦਿਆਂ ਕਰਨ ਤੇ ਸੁਮਨ ਨੇ ਦਾਣਾ ਚੁਗਦੇ ਕਬੂਤਰ, ਪਿੰਜਰੇ ਵਿੱਚ ਕੈਦ ਤੋਤਾ ਅਤੇ ਟਪੂਸੀਆਂ ਮਾਰਦੇ ਬਾਂਦਰ ਦੇਖੇ। ਅਗਲਾ ਪ੍ਰਸ਼ਨ, ਤੋਤੇ ਨੂੰ ਪਿੰਜਰੇ ਵਿੱਚ ਦੇਖ ਕੇ ਸੁਮਨ ਨੇ ਕੀ ਮਹਿਸੂਸ ਕੀਤਾ? ਤੋਤੇ ਨੂੰ ਪਿੰਜਰੇ ਵਿੱਚ ਦੇਖ ਕੇ ਸੁਮਨ ਨੇ ਮਹਿਸੂਸ ਕੀਤਾ ਕਿ ਤੋਤਾ ਆਜ਼ਾਦ ਹੋਣਾ ਚਾਹੁੰਦਾ ਹੈ। ਅਗਲਾ ਪ੍ਰਸ਼ਨ, ਖਿਡੌਣਿਆਂ ਵਾਲਾ ਬੱਚਿਆਂ ਨੂੰ ਕਿਹੜੇ ਕਿਹੜੇ ਖਿਡੌਣੇ ਦਿਖਾ ਰਿਹਾ ਸੀ? ਖਿਡੌਣਿਆਂ ਵਾਲਾ ਬੱਚਿਆਂ ਨੂੰ ਘੋੜਾ, ਹਾਥੀ, ਸ਼ੇਰ, ਵਰਦੀ ਵਾਲਾ ਫੌਜੀ, ਟੋਪੀ ਵਾਲਾ ਨੇਤਾ, ਚਾਬੀ ਵਾਲਾ ਬਾਂਦਰ, ਮਿੱਠੂ ਰਾਮ ਤੋਤਾ ਅਤੇ ਹਲ ਚੁੱਕੀ ਕਿਸਾਨ ਆਦਿ ਖਿਡੌਣੇ ਦਿਖਾ ਰਿਹਾ ਸੀ। ਅਗਲਾ ਪ੍ਰਸ਼ਨ, ਸੁਮਨ ਖਿਡੌਣੇ ਕਿਉਂ ਨਹੀਂ ਸੀ ਖਰੀਦਣਾ ਚਾਹੁੰਦੀ? ਸੁਮਨ ਖਿਡੌਣੇ ਨਾ ਖਰੀਦ ਕੇ ਪਿੰਜਰੇ ਵਾਲਾ ਤੋਤਾ ਖਰੀਦਣਾ ਚਾਹੁੰਦੀ ਸੀ। ਸੁਮਨ ਤੋਤੇ ਨੂੰ ਕਿਉਂ ਖਰੀਦਣਾ ਚਾਹੁੰਦੀ ਸੀ? ਅਗਲਾ ਪ੍ਰਸ਼ਨ ਹੈ, ਉੱਤਰ ਇਹਦਾ ਹੈ, ਸੁਮਨ ਤੋਤੇ ਨੂੰ ਖਰੀਦ ਕੇ ਉਸ ਨੂੰ ਆਜ਼ਾਦ ਕਰਨਾ ਚਾਹੁੰਦੀ ਸੀ। ਅਗਲਾ ਪ੍ਰਸ਼ਨ, ਸੁਮਨ ਦੇ ਪਿਤਾ ਜੀ ਨੇ ਸ਼ਾਬਾਸ਼ ਸੁਮਨ ਕਿਉਂ ਕਿਹਾ? ਤੋਤੇ ਨੂੰ ਪਿੰਜਰੇ 'ਚੋਂ ਆਜ਼ਾਦ ਕਰਨ ਕਰਕੇ ਉਸ ਦੇ ਪਿਤਾ ਨੇ ਕਿਹਾ ਸ਼ਾਬਾਸ਼ ਸੁਮਨ। ਇਸ ਤਰ੍ਹਾਂ ਇਹ ਸੀ ਪਿਆਰੇ ਵਿਦਿਆਰਥੀਓ ਆਪਣੇ ਪ੍ਰਸ਼ਨ ਔਰ ਉਹਨਾਂ ਦੇ ਉੱਤਰ। ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਔਰ ਇਹਨਾਂ ਦੇ ਜਿਹੜੇ ਅਭਿਆਸ ਦੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਹੈ, ਇਹ ਸਾਰੇ ਉੱਤਰ ਤੁਸੀਂ ਸਾਰੇ ਬੱਚਿਆਂ ਦੇ ਪੱਕੀਆਂ ਕਾਪੀਆਂ ਦੇ ਉੱਪਰ ਉਤਾਰ ਲੈਣੇ ਆ ਔਰ ਇਹਦੇ ਨਾਲ ਤੁਹਾਨੂੰ ਸਾਰੀ ਕਹਾਣੀ ਜਿਹੜੀ ਹੈ ਉਹ ਦੁਬਾਰਾ ਫਿਰ ਸਮਝ ਆ ਜਾਏਗੀ। ਇਸ ਤੋਂ ਅੱਗੇ ਆਪਾਂ ਕਰਾਂਗੇ ਔਖੇ ਸ਼ਬਦਾਂ ਦੇ ਅਰਥ। ਤਾਂ ਔਖੇ ਸ਼ਬਦਾਂ ਦੇ ਅਰਥਾਂ ਵਿੱਚ ਸਭ ਤੋਂ ਪਹਿਲਾਂ ਕੀ ਹੈ? ਸੁਹਾਵਣਾ। ਸੁਹਾਵਣਾ ਤੋਂ ਭਾਵ ਸੋਹਣਾ ਲੱਗਣ ਵਾਲਾ। ਅੱਗੇ ਜੀ ਸੈਲਾਨੀ। ਸੈਲਾਨੀ ਤੋਂ ਭਾਵ ਕੀ ਹੁੰਦਾ? ਸੈਰ ਸਪਾਟਾ ਕਰਨ ਵਾਲਾ ਜਾਂ ਦੇਸ਼ ਵਿਦੇਸ਼ ਘੁੰਮਣ ਵਾਲਾ। ਅੱਗੇ ਹੈ ਨਜ਼ਾਰੇ। ਨਜ਼ਾਰੇ ਤੋਂ ਭਾਵ ਕੀ ਹੁੰਦਾ? ਦ੍ਰਿਸ਼, ਇੱਕ ਖੂਬਸੂਰਤ ਦ੍ਰਿਸ਼। ਅੱਗੇ ਹੈ ਉਤਸੁਕਤਾ। ਉਤਸੁਕਤਾ ਤੋਂ ਭਾਵ ਹੁੰਦਾ ਜਾਣਨ ਦੀ ਇੱਛਾ। ਅੱਗੇ ਹੈ ਪਰਿੰਦੇ। ਤਾਂ ਪਰਿੰਦੇ ਤੋਂ ਕੀ ਭਾਵ ਹੈ? ਪੰਛੀ ਜਾਂ ਜਾਨਵਰ। ਅੱਗੇ ਹੈ ਦੂਰਬੀਨ। ਦੂਰਬੀਨ ਤੋਂ ਭਾਵ ਕੀ ਹੁੰਦਾ? ਦੂਰ ਦੀਆਂ ਚੀਜ਼ਾਂ ਨੂੰ ਦੇਖਣ ਵਾਲਾ ਯੰਤਰ। ਅੱਗੇ ਹੈ ਭਰਮਾਰ। ਭਰਮਾਰ ਤੋਂ ਭਾਵ ਹੁੰਦਾ ਬਹੁਤਾਤ ਜਾਂ ਬਹੁਤ ਜ਼ਿਆਦਾ, ਵੀ ਕੋਈ ਚੀਜ਼ ਲੋੜ ਤੋਂ ਜ਼ਿਆਦਾ ਹੋਵੇ ਉਹਨੂੰ ਭਰਮਾਰ ਕਹਿ ਦਿੰਦੇ ਆ। ਅੱਗੇ ਹੈ ਸੁਨਹਿਰੀ। ਸੁਨਹਿਰੀ ਤੋਂ ਭਾਵ ਸੋਨੇ
रंगा। अगला है लोचदा। लोचदा तो भाव है चाहुंदा। इस तो अगे संकेत। संकेत तो भाव की हुंदा प्यारे विद्यार्थियों? इशारा। इस तो अगे है दुड़ंगे। तो दुड़ंगे तो की भाव है? टपूसियां जां छालां मारनियां। तो ये सी प्यारे विद्यार्थियों औखे शब्दों के अर्थ। ये सारे औखे शब्दों के अर्थ जिहड़े इत्थे लए गए है, ये सारे तुहाडी किताब दे विच वरते गए है। सारे विद्यार्थी इन्हां औखे शब्दों नूं चंगी तरह समझण तो बाद एक बार फिर जदों तुसीं इस कहानी नूं पढ़ोगे तो तुहानूं होर ज़्यादा वधिया तरीके नाल इहदे शब्दों के अर्थ जिहड़े ओह समझ आ जाणगे और कहानी होर वधिया तरीके नाल तुहानूं समझ आ जाएगी। ठीक है जी। इस तो अगे हुण प्यारे विद्यार्थियों आपां करांगे वाकां विच वरतो। तां वाकां विच वरतो दे विच सब तो पहलां दिता है आपां नूं अजीब। अजीब तो भाव की हुंदा है? हैरान करन वाली। दादी जी ने रात नूं बहुत अजीब कहानी सुनाई। दूसरा है आप मुहारे। आप मुहारे भाव हुंदा अपने आप, बेकाबू। आप मुहारे बच्चे शरारती हुंदे हन। अगे है मस्ती। तीजा मस्ती तो भाव की हुंदा? खुमारी। मोर मीह आउण ते मस्ती विच नच रहा सी। अगे है नंबर 4 झुरमट। झुरमट की हुंदा? जीवां दा इकट्ठ। आकाश विच चिड़ियां दा झुरमट उड़ रहा सी। अगे है नंबर 5 अचनचेत। अचनचेत तो भाव की हुंदा? अचानक कोई काम हो जाए। अचानक। अचानक ही तेज हनेरी चलन लगी। अगे है नंबर 6 डार। डार तो भाव की हुंदा? कतार बना के पंछियां दा उड़ना। पंछी शाम नूं डारां बना के घरां नूं वापस मुड़दे हन। अगे है नंबर 7 आकाश। आकाश तो भाव की हुंदा? आसमान। अज आकाश साफ है। अगे है नंबर 8। नंबर 8 की है प्यारे विद्यार्थियों? खड्ड। खड्ड तो भाव की हुंदा? पहाड़ां दे पैरां विच डूंगी थां। भाव के जदों दो पहाड़ एक दूजे नाल जुड़ते हैं तो एक पहाड़ खत्म हुंदा तो दूजा पहाड़ उत्थों शुरू हो जाता है। वो विचाले जिहड़ी वी शेप की जिहड़ी वैली बन जाती है उन्होंने की कहने आपां? खड्ड कहने आ। तो वो पहाड़ां दे पैरां दे विच डूंगी थां जिहड़ी हुंदी जिथे आम तौर पर नदियां वहिंदियां हुंदियां। पहाड़ां दा पानी डूंगी खड्ड विच डिग रहा सी। तां ये सी प्यारे विद्यार्थियों वाकां विच वरतो। मैनूं उम्मीद है कि सारे विद्यार्थियों नूं ये वाकां विच वरतो बहुत वधिया तरीके नाल समझ आ गए होणगे। और वाकां दे विच वरतो तुसीं अर्थ लिखण तो बाद विद्यार्थियों अपने हिसाब नाल अपनी समझ अनुसार सौखे वाक भी जिहड़े है वो बना सकते हो। पर इहदे विच एक चीज़ होनी चाहिए है कि जिहड़ा तुसीं उस वाक का अर्थ दस्सिया जदों असीं वो वाक बनावांगे शब्द का वो वाक बनावांगे तो उहदे नाल उस वाक का जिहड़ा शब्द हैगा उहदा अर्थ क्लीयर होना चाहिए। वो जिहड़ा शब्द सानूं दिता गया वरतन लई वाकां दे विच वाक दे विच जदों असीं शब्द वरतना है तो उहदा अर्थ जिहड़ा वो क्लीयर होना चाहिए सानूं। और एक होर जिहड़े कई बारी बच्चे गलती करते होंदे आ कि जिवें असीं कोई वाक पढ़िया जिवें उदाहरण के तौर पर असीं पढ़िया अजीब तो उहदा वाक बनता है हैरान करन वाला। तो कई बारी बच्चे वाक बनाउंदे आ तो उहदे विच अजीब शब्द वो नहीं वरतदे उहदे विच हैरान करन वाला शब्द जिहड़ा वो वरत लैंदे आ। जिवें उदाहरण के तौर पर आपां कहा सी कि दादी जी ने रात नूं बहुत अजीब कहानी सुनाई। तो कई बच्चे नूं बना दिंदे आ कि दादी जी ने रात नूं बहुत हैरान करन वाली कहानी सुनाई। तो हैरान करन वाली कहानी जिहड़ी है वो गलत हो जाएगा। असीं इत्थे
ਅਜੀਬ ਕਹਾਣੀ ਜਿਹੜੀ ਹੈ ਉਹ ਸਹੀ ਮੰਨਾਂਗੇ। ਇਹਦਾ ਅਰਥ ਜਿਹੜਾ ਹੁੰਦਾ ਉਹ ਸਿਰਫ ਵਾਕ ਦਾ ਮਤਲਬ ਕਲੀਅਰ ਕਰਨ ਨੂੰ ਹੁੰਦਾ, ਉਹਨੂੰ ਵਾਕ ਦੇ ਵਿੱਚ ਅਸੀਂ ਨਹੀਂ ਵਰਤਣਾ ਹੁੰਦਾ। ਵਾਕ ਦੇ ਵਿੱਚ ਉਹੀ ਸ਼ਬਦ ਸਾਡਾ ਆਉਣਾ ਹੁੰਦਾ ਜੋ ਅਸੀਂ ਸਾਨੂੰ ਦਿੱਤਾ ਗਿਆ, ਜਿਸ ਨੂੰ ਵਾਕਾਂ ਵਿੱਚ ਵਰਤਣ ਨੂੰ ਸਾਨੂੰ ਕਿਹਾ ਗਿਆ। ਠੀਕ ਹੈ ਜੀ, ਤਾਂ ਇਹ ਅਸੀਂ ਆਪਣੇ ਵਾਕਾਂ ਵਿੱਚ ਵਰਤੋ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਕਿ ਕੁਛ ਲਾਈਨਾਂ ਤੁਹਾਨੂੰ ਦਿੱਤੀਆਂ ਗਈਆਂ, ਕੁਛ ਲਾਈਨਾਂ ਉਹ ਤੁਹਾਡੇ ਇਸ ਪਾਠ ਪੁਸਤਕ ਦੇ ਵਿੱਚੋਂ ਉਹ ਲਾਈਨਾਂ ਚੁੱਕੀਆਂ ਗਈਆਂ। ਉਹ ਲਾਈਨਾਂ ਅਸੀਂ ਪੜ੍ਹ ਕੇ ਇਹ ਦੇਖਣਾ ਕਿ ਉਸ ਪਾਠ ਦੀ ਕਹਾਣੀ ਦੇ ਅਨੁਸਾਰ ਉਹ ਲਾਈਨਾਂ ਕਿਹਨੇ ਕਹੀਆਂ ਸੀ ਔਰ ਕਿਹਨੂੰ ਕਹੀਆਂ ਸੀ। ਇਹਦੇ ਬਾਰੇ ਆਪਾਂ ਪੜ੍ਹਾਂਗੇ, ਤੁਹਾਡੀ ਪਾਠ ਪੁਸਤਕ ਵਿੱਚ ਅੱਗੇ ਦਿੱਤੀਆਂ ਹੋਈਆਂ। ਦੇਖੋ ਸਾਰੇ ਬੱਚੇ, ਪਹਿਲਾ ਹੈ ਆਪਣੇ ਪ੍ਰਸ਼ਨ ਕੀ ਹੈ ਕਿ ਹੇਠ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ। ਪਹਿਲਾ ਹੈ ਆਹਾ ਕਿੰਨੇ ਸੋਹਣੇ ਬਿਰਖ, ਬਿਰਖਾਂ 'ਤੇ ਤਰ੍ਹਾਂ ਤਰ੍ਹਾਂ ਦੇ ਪੰਛੀ। ਇਹ ਲਾਈਨ ਆਪਣੇ ਪਾਠ ਦੇ ਵਿੱਚੋਂ ਚੁੱਕੀ ਗਈ ਹੈ। ਜੇ ਤੁਹਾਨੂੰ ਯਾਦ ਹੋਵੇ ਤਾਂ ਇਹ ਲਾਈਨ ਕਰਨ ਨੇ ਆਪਣੀ ਭੈਣ ਸੁਮਨ ਨੂੰ ਕਹੇ ਸੀਗੇ। ਇਸ ਤੋਂ ਅੱਗੇ ਦੂਜਾ ਬੁੱਧੂ, ਬਿਰਖ ਆਕਾਸ਼ 'ਤੇ ਨਹੀਂ ਧਰਤੀ 'ਤੇ ਹੁੰਦੇ ਹਨ। ਤਾਂ ਕਿਹਨੇ ਕਿਹਾ ਸੀ ਇਹ? ਹਾਂ, ਤੁਹਾਨੂੰ ਯਾਦ ਹੋਏਗਾ ਸ਼ੁਰੂ ਦੇ ਵਿੱਚ ਹੀ ਗੱਲ ਸੀ ਆਈ ਸੀ ਇਹ। ਤਾਂ ਇਹ ਆਪਾਂ ਨੂੰ ਸੁਮਨ ਨੇ ਆਪਣੇ ਭਰਾ ਕਰਨ ਨੂੰ ਕਹੇ ਸੀ। ਤੀਜਾ ਹੈ ਗੰਗਾ ਰਾਮ ਚੂਰੀ ਖਾਣੀ ਹੈ। ਤਾਂ ਉੱਤਰ ਕੀ ਇਹਦਾ ਕਿ ਭੀੜ 'ਚੋਂ ਇੱਕ ਬੰਦੇ ਨੇ ਤੋਤੇ ਨੂੰ ਕਹੀ ਸੀ ਜਦੋਂ ਉੱਥੇ ਭੀੜ ਇਕੱਠੀ ਹੋਈ ਸੀ, ਔਰ ਉਸ ਭੀੜ ਦੇ ਵਿੱਚ ਕਿਸੇ ਆਦਮੀ ਨੇ ਜਿਹੜਾ ਸੀਗਾ ਉਹ ਜਿਹੜਾ ਤੋਤਾ ਪਿੰਜਰੇ ਵਿੱਚ ਬੰਦ ਸੀ ਉਹਨੂੰ ਕਿਹਾ ਸੀ, ਮੰਮੀ ਜੀ ਸੱਚਮੁੱਚ ਦੋ ਰੱਬ ਹਨ। ਤਾਂ ਆਪਾਂ ਨੂੰ ਪਤਾ ਹੈ ਕਿ ਇਹ ਸੁਮਨ ਨੇ ਮੰਮੀ ਜੀ ਨੂੰ ਕਹੇ ਸੀ। ਇਹ ਰਾਤ ਦੀ ਘਟਨਾ, ਜਦੋਂ ਰਾਤ ਨੂੰ ਛੱਤ ਦੇ ਉੱਪਰ ਉਹ ਇਕੱਠੇ ਹੁੰਦੇ ਆ, ਉਸ ਟਾਈਮ 'ਤੇ ਇਹ ਘਟਨਾ ਜਿਹੜੀ ਹੈ ਇਹ ਸ਼ਬਦ ਆਪਣੇ ਬੁੱਕ ਦੇ ਵਿੱਚ ਇਹ ਆਉਂਦੇ ਆ। ਤਾਂ ਸੁਮਨ ਨੇ ਆਪਣੀ ਮੰਮੀ ਜੀ ਨੂੰ ਇਹ ਸ਼ਬਦ ਕਹੇ ਸੀ। ਇਸ ਤੋਂ ਅੱਗੇ ਹੈ ਨਹੀਂ ਮੰਮੀ ਮੈਂ ਖਿਡੌਣਾ ਨਹੀਂ ਲੈਣਾ। ਤਾਂ ਇਹ ਕਿਹਨੇ ਕਹੇ ਸੀ? ਇਹ ਸੁਮਨ ਨੇ ਆਪਣੀ ਮੰਮੀ ਜੀ ਨੂੰ ਕਹੇ ਸੀਗੇ ਜਦੋਂ ਉਹ ਖਿਡੌਣੇ ਕਰਨ ਖਰੀਦ ਲੈਂਦਾ, ਪਰ ਸੁਮਨ ਕਹਿੰਦੀ ਹੈ ਕਿ ਮੈਂ ਖਿਡੌਣਾ ਨਹੀਂ ਲੈਣਾ। ਕਿਉਂ ਨਹੀਂ ਸੀ ਲੈਂਦਾ? ਕਿਉਂਕਿ ਉਹ ਕੀ ਲੈਣਾ ਚਾਹੁੰਦੀ ਸੀ? ਹਾਂਜੀ, ਉਹ ਤੋਤਾ ਜਿਹੜਾ ਸੀ ਪਿੰਜਰੇ 'ਚ ਬੰਦ ਉਹਨੂੰ ਲੈਣਾ ਚਾਹੁੰਦੀ ਸੀ। ਠੀਕ ਹੈ ਜੀ, ਤਾਂ ਇਹ ਸੀ ਆਪਣੇ ਇਹ ਸ਼ਬਦ ਕਿਸ ਨੇ ਕਹੇ ਔਰ ਕਿਸ ਨੂੰ ਕਹੇ। ਤੁਹਾਨੂੰ ਜੇ ਤੁਸੀਂ ਕਹਾਣੀ ਨੂੰ ਚੰਗੀ ਤਰ੍ਹਾਂ ਸਮਝਿਆ, ਜੇ ਕਹਾਣੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੈ ਤਾਂ ਇਹ ਬਹੁਤ ਆਸਾਨੀ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਸ਼ਬਦ ਕਿਹਨੇ ਕਹੇ ਸੀ ਔਰ ਕਿਸ ਨੂੰ ਕਹੇ ਸੀ। ਠੀਕ ਹੈ ਜੀ, ਤਾਂ ਪਿਆਰੇ ਵਿਦਿਆਰਥੀਓ ਇਹ ਸੀ ਆਪਣੀ ਅੱਜ ਦੀ ਕਹਾਣੀ ਸ਼ਾਬਾਸ਼ ਸੁਮਨ। ਠੀਕ ਹੈ ਜੀ, ਮੈਨੂੰ ਉਮੀਦ ਹੈ ਕਿ ਸਾਰੇ ਬੱਚਿਆਂ ਨੂੰ ਇਸ ਕਹਾਣੀ ਵਿੱਚੋਂ ਵਧੀਆ ਸਿੱਖਿਆ ਮਿਲੀ ਹੋਊਗੀ। ਕੀ ਸਿੱਖਿਆ ਮਿਲੀ ਹੈ? ਕਿ ਸਾਨੂੰ ਕਦੇ ਵੀ ਪੰਛੀਆਂ ਨੂੰ ਪਿੰਜਰੇ ਦੇ ਵਿੱਚ ਕੈਦ ਨਹੀਂ ਕਰਨਾ ਚਾਹੀਦਾ, ਕਿਉਂਕਿ ਪਰਮਾਤਮਾ ਨੇ ਉਹਨਾਂ ਨੂੰ ਆਜ਼ਾਦ ਰੱਖਣ ਲਈ ਹੀ ਉਹਨਾਂ ਦੇ ਖੰਭ ਬਣਾਏ ਹੈ ਔਰ ਅਸਮਾਨ ਦੇ ਵਿੱਚ ਉੱਡਣ ਲਈ ਏਡਾ ਅਸਮਾਨ ਉਹਨਾਂ ਨੂੰ ਦਿੱਤਾ ਤਾਂ ਕਿ ਉਹ ਖੁੱਲ੍ਹ ਦਿਲੀ ਨਾਲ ਇਸ ਅਸਮਾਨ ਦੇ ਵਿੱਚ ਉੱਡ ਸਕਣ। ਇਸੇ ਕਰਕੇ ਹੀ ਆਪਾਂ ਇਸ ਕਹਾਣੀ ਦੇ ਵਿੱਚ ਦੇਖਦੇ ਹਾਂ ਕਿ ਸੁਮਨ ਉਸ ਜਦੋਂ ਤੋਤੇ ਨੂੰ ਦੇਖਦੀ ਹੈ ਤਾਂ ਉਹਨੂੰ ਵੀ ਇਹ ਮਹਿਸੂਸ ਹੁੰਦਾ ਕਿ ਉਹ ਤੋਤਾ ਪਿੰਜਰੇ ਦੇ ਵਿੱਚ ਬੈਠਾ ਆਪਣੇ ਆਪ ਨੂੰ ਬੜਾ ਉਦਾਸ ਮਹਿਸੂਸ ਕਰ ਰਿਹਾ ਸੀ, ਕਿਉਂਕਿ ਜਦੋਂ ਉਹ ਬਾਹਰ ਉੱਡਦੇ ਪੰਛੀਆਂ ਨੂੰ ਦੇਖ ਰਿਹਾ ਸੀਗਾ ਤਾਂ ਬਾਹਰ ਉੱਡਦੇ ਪੰਛੀ ਬੜੇ ਖੁੱਲ੍ਹ ਦਿਲੀ ਨਾਲ ਆਜ਼ਾਦੀ ਨਾਲ ਜਿਹੜੇ ਸੀਗੇ ਉਹ ਉੱਡ ਰਹੇ ਸੀਗੇ, ਪਰ ਉਹ ਤੋਤਾ ਸੀਗਾ ਜਿਹੜਾ ਉਹ ਪਿੰਜਰੇ ਦੇ ਵਿੱਚ ਕੈਦ ਸੀਗਾ। ਔਰ ਸੁਮਨ ਨੂੰ ਵੀ ਇਹ ਗੱਲ ਮਹਿਸੂਸ ਹੁੰਦੀ ਹੈ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਸ ਗੱਲ ਨੂੰ ਸਮਝੋਗੇ ਔਰ ਕਦੇ ਵੀ ਅਸੀਂ ਕੋਸ਼ਿਸ਼ ਨਹੀਂ ਕਰਾਂਗੇ ਔਰ ਕਿਸੇ ਵੀ ਅਸੀਂ ਪੰਛੀ ਨੂੰ ਕੈਦ ਨਹੀਂ ਕਰਾਂਗੇ। ਔਰ ਇਸ ਤਰ੍ਹਾਂ ਇਸ ਜਿਹੜੇ ਪਾਠ ਦੀ ਕਹਾਣੀ ਹੈ ਇਹ ਤੁਸੀਂ ਚੰਗੀ ਤਰ੍ਹਾਂ ਸੁਣ ਵੀ ਲਈਏ, ਸਮਝ ਵੀ ਲਈਏ। ਮੈਨੂੰ ਉਮੀਦ ਹੈ ਕਹਾਣੀ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਮਝ ਆ ਗਈ ਹੋਊਗੀ। ਇਸ ਤੋਂ ਬਾਅਦ ਆਪਾਂ ਇਹਦੀ ਅਭਿਆਸ ਕੀਤੀ ਹੈ, ਆਪਾਂ ਇਹਦੇ ਪ੍ਰਸ਼ਨ ਉੱਤਰ ਕੀਤੇ, ਔਖੇ ਸ਼ਬਦਾਂ ਦੇ ਅਰਥ ਕੀਤੇ, ਉਸ ਤੋਂ ਬਾਅਦ ਆਪਾਂ ਵਾਕਾਂ ਵਿੱਚ ਵਰਤੋਂ ਕੀਤਾ ਔਰ ਉਸ ਤੋਂ ਬਾਅਦ ਇਹਦੇ ਆਪਾਂ ਕੁਝ ਸ਼ਬਦ ਲਾਈਨਾਂ ਦਿੱਤੀਆਂ ਗਈਆਂ ਸੀ, ਇਹ ਲਾਈਨਾਂ ਕਿਹਨੇ ਕਹੀਆਂ ਔਰ ਕਿਹਨੂੰ ਕਹੀਆਂ ਇਹ ਆਪਾਂ ਪੜ੍ਹਿਆ। ਮੈਨੂੰ ਉਮੀਦ ਹੈ ਕਿ ਸਾਰੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਹੈ
ਕਹਾਣੀ ਜਿਹੜੀ ਅੱਜ ਆਪਾਂ ਕੀਤੀ ਹੈ ਉਹ ਸਮਝ ਆ ਗਈ ਹੋਊਗੀ। ਔਰ ਜੇ ਇਹ ਕਹਾਣੀ ਦੇ ਵਿੱਚੋਂ ਕੋਈ ਵੀ ਪ੍ਰਸ਼ਨ ਤੁਹਾਡੇ ਪੇਪਰ ਦੇ ਵਿੱਚ ਜਾਂ ਤੁਹਾਡੇ ਟੈਸਟ ਵਿੱਚ ਅਧਿਆਪਕ ਤੁਹਾਨੂੰ ਪੁੱਛਦੇ ਆ ਤਾਂ ਮੈਨੂੰ ਉਮੀਦ ਹੈ ਕਿ ਸਾਰੇ ਬੱਚੇ ਉਹ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਪ੍ਰਸ਼ਨਾਂ ਦੇ ਉੱਤਰ ਜਾਂ ਜਿਹੜਾ ਵੀ ਤੁਹਾਨੂੰ ਪ੍ਰਸ਼ਨ ਪੁੱਛਿਆ ਜਾਊਗਾ, ਚਾਹੇ ਉਹ ਵਾਕਾਂ 'ਚ ਵਰਤ ਹੋਵੇ, ਚਾਹੇ ਔਖੇ ਸ਼ਬਦਾਂ ਦੇ ਅਰਥ ਹੈ, ਚਾਹੇ ਉਹ ਪ੍ਰਸ਼ਨ ਉੱਤਰ ਹੈ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਉਹਦਾ ਉੱਤਰ ਜਿਹੜਾ ਉਹ ਲਿਖੋਗੇ। ਤਾਂ ਅੱਜ ਦੇ ਲਈ ਇੰਨਾ ਹੀ। ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।